सो अज असी गल करांगे लाइफ प्रोसैसिस बारे। ठीक है, साडी लाइफ दे की प्रोसैसिस है, किद्दां किद्दां साडी लाइफ दे विच ठीक है असी किद्दां न्यूट्रिशन तो लैके किद्दां एक्सक्रीट करदे बॉडी दे विचों किद्दां ठीक है ਉਹਦੇ बारे सारी गल करांगे। सो वीडियो स्टार्ट करन तो पहलां साडा चैनल सबसक्राइब करो विजडम एजुकेशन पॉइंट RDC। सो फर्स्ट क्वेश्चन ही आता है कि हाउ डू वी टैल द डिफरेंस बिटवीन वट इज़ अलाइव एंड वट इज़ नॉट अलाइव। असी किद्दां कह सकते हैं कि कोई अलाइव है और केड़ा ऑर्गेनिज्म अलाइव है और केड़ा ऑर्गेनिज्म नहीं अलाइव। सो आपां इहदे बारे पढ़ते हैं अगे। इफ़ वी सी अ डॉग और अ काओ अ मैन शाउटिंग लाउडली ऑन द रोड वी नो दैट दीज आर लिविंग बींग्स। ठीक है, जो भी आप देखते हैं कोई भी आप देखते हैं चाहे वो एनीमल आ चाहे वो ह्यूमन बींग आ ठीक है, आप देखते हैं कि ਉਹਦੇ ਵਿੱਚ मूवमेंट्स आ ठीक है, आप ਉਹਨੂੰ ਮੰਨ ਲੈਂਦੇ ਆ कि वो एक लिविंग बींग आ ठीक है, वो एक अलाइव आ। बट इफ दे वर asleep we should still think that they are alive but how। ठीक है, ਜਦੋਂ ਆਪਾਂ ਮੰਨ ਲਈਏ ਡੌਗ ਆ ਕਾਓ ਆ ਕੋਈ ਵੀ ਹਿਊਮਨ ਬੀਂਗ ਆ ਜਦੋਂ ਉਹ ਸੌਂ ਰਿਹਾ ਆ ਠੀਕ ਹੈ, ਆਪਾਂ ਫੇਰ ਵੀ ਆਪਾਂ ਉਹਨਾਂ ਨੂੰ ਮੰਨਦੇ ਆ ਕਿ ਉਹ ਜੀਵਿਤ ਆ। ਠੀਕ ਹੈ, ਕਿੱਦਾਂ ਮੰਨਦੇ ਆ? ਵੀ ਸੀ them breathing। ਠੀਕ ਹੈ, ਆਪਾਂ ਦੇਖਦੇ ਆ ਕਿ ਉਹਨਾਂ ਵਿੱਚ ਮੂਵਮੈਂਟ ਹੋ ਰਹੇ, ਉਹ ਸਾਹ ਲੈ ਰਿਹਾ, ਬਰੀਦਿੰਗ ਕਰ ਰਹੇ ਆ ਠੀਕ ਹੈ, ਆਪਾਂ ਮੰਨਦੇ ਆ ਕਿ ਉਹ ਜੀਵਿਤ ਆ। ਸੋ ਨੈਕਸਟ ਕੁਐਸਚਨ ਹੈਗਾ ਵਟ ਅਬਾਊਟ ਪਲਾਂਟਸ। ਠੀਕ ਹੈ, ਇਹ ਤਾਂ ਸੀਗੀ ਐਨੀਮਲਸ ਔਰ ਹਿਊਮਨ ਦੀ ਗੱਲ, ਬਟ ਆਪਾਂ ਪਲਾਂਟਸ ਦੇ ਵਿੱਚ ਕਿੱਦਾਂ ਕਹਿ ਸਕਦੇ ਹਾਂ ਕਿ ਉਹ ਅਲਾਈਵ ਆ। ਵੀ ਸੀ ਦੈਮ ਗ੍ਰੀਨ। ਠੀਕ ਹੈ, ਪਲਾਂਟਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਉਹਨਾਂ ਦਾ ਕਲਰ ਗ੍ਰੀਨ ਆ ਤਾਂ ਆਪਾਂ ਮੰਨ ਲੈਂਦੇ ਹਾਂ ਕਿ ਇਹ ਪੌਦਾ ਜਿਹੜਾ ਅਲਾਈਵ ਆ। ਬਟ ਪਲਾਂਟਸ ਦੈਟ ਇਜ਼ ਨਾਟ ਵਿਜ਼ੀਬਲ ਗਰੋਥ ਇਜ਼ ਸਟਿਲ ਅਲਾਈਵ। ਬਟ ਜੇ ਕੋਈ ਪਲਾਂਟ ਜਿਹਦੇ ਉਹਦੇ ਵਿੱਚ ਵਿਜ਼ੀਬਲ ਗਰੋਥ ਨਹੀਂ ਹੈਗੀ ਠੀਕ ਹੈ, ਉਹਦਾ ਕਲਰ ਗ੍ਰੀਨ ਨਹੀਂ ਹੈਗਾ ਫਿਰ ਵੀ ਉਹ ਅਲਾਈਵ ਆ, ਆਪਾਂ ਉਹਨੂੰ ਆਪਾਂ ਨਾਟ ਅਲਾਈਵ ਨਹੀਂ ਮੰਨ ਸਕਦੇ। ਠੀਕ ਹੈ, ਮੂਵਮੈਂਟਸ ਓਵਰ ਵੈਰੀ ਸਮਾਲ ਸਕੇਲ ਵਿਲ ਬੀ ਇਨਵਿਜ਼ੀਬਲ ਟੂ ਦ ਨੇਕਡ ਆਈਜ਼ ਮੂਵਮੈਂਟ ਆਫ ਮੋਲੀਕਿਊਲਸ। ਠੀਕ ਹੈ, ਜਿਹੜੀ ਵੀ ਮੂਵਮੈਂਟ ठीक है बहुत ਜਿਹੜੀਆਂ ਛੋਟੇ ਸਕੇਲ ਤੇ ਠੀਕ ਹੈ ਮੂਵਮੈਂਟਸ ਹੁੰਦੀਆਂ ਆ ਇੰਟਰਨਲੀ ਠੀਕ ਹੈ, ਇਹ ਤਾਂ ਆਪਾਂ ਬਾਹਰੋਂ ਦੇਖਦੇ ਆ ਠੀਕ ਹੈ, ਆਪਾਂ ਦੇਖਦੇ ਆ ਕੋਈ ਬੰਦਾ ਸਾਹ ਲੈ ਰਿਹਾ ਜਾਂ ਕੋਈ ਪੌਦਾ ਗ੍ਰੀਨ ਆ ਠੀਕ ਹੈ, ਉਹਦੇ ਨਾਲ ਕੀ ਆ ਇਹ ਆਪਾਂ ਐਕਸਟਰਨਲੀ ਦੇਖਦੇ ਆ। ਬਟ ਇੰਟਰਨਲੀ ਜੋ ਮੂਵਮੈਂਟ ਹੁੰਦੀ ਆ ਉਹਨੂੰ ਅਲਾਈਵ ਰੱਖਣ ਦੇ ਲਈ ਠੀਕ ਹੈ ਉਹਨੂੰ ਆਪਾਂ ਮੋਲੀਕੂਲਰ ਐਕਟੀਵਿਟੀ ਕਹਿੰਦੇ ਆ। ਨੈਕਸਟ ਵਾਈ ਆਰ ਮੋਲੀਕੂਲਰ ਮੂਵਮੈਂਟਸ ਨੀਡਡ ਫॉर ਲਾਈਫ। ਠੀਕ ਹੈ, ਹੁਣ ਆਪਾਂ ਪੜ੍ਹਦੇ ਹਾਂ ਕਿ ਮੋਲੀਕੂਲਰ ਐਕਟੀਵਿਟੀ ਜਿਹੜੀ ਆ ਉਹ ਜ਼ਰੂਰੀ ਕਿਉਂ ਆ ਲਾਈਫ ਦੇ ਲਈ। ਵੀ ਨੋ ਦੈਟ ਲਿਵਿੰਗ ਆਰਗੇਨਿਜ਼ਮਸ ਆਰ ਵੈਲ ਡਿਜ਼ਾਈਨਡ ਸਟਰਕਚਰ। ਠੀਕ ਹੈ, ਹਰ ਇੱਕ ਜਿਹੜਾ ਲਿਵਿੰਗ ਆਰਗੇਨਿਜ਼ਮ ਆ ਉਹਦੀ ਜਿਹੜੀ ਸਟਰਕਚਰ ਆ ਉਹ ਵੈਲ ਡਿਜ਼ਾਈਨਡ ਆ ਠੀਕ ਹੈ, ਵੈਲ ਆਰਗੇਨਾਈਜ਼ਡ ਆ। ਫੋਰ ਐਗਜ਼ਾਮਪਲ ਆਪਾਂ ਲੈ ਲਈਏ ਜਿਹੜੇ ਮੋਲੀਕਿਊਲਸ ਆ, ਮੋਲੀਕਿਊਲਸ ਤੋਂ ਅੱਗੇ ਸਾਡੇ ਸੀਗੇ ਆ ਸੈਲਸ ਬਣਦੇ ਆ, ਸੈਲਸ ਅੱਗੇ ਟਿਸ਼ੂ ਡਿਵੈਲਪ ਕਰਦੇ ਆ, ਟਿਸ਼ੂਸ ਤੋਂ ਅੱਗੇ ਰਲ ਕੇ ਜਿਹੜੇ ਮਸਲ ਬਣਦੇ ਆ, ਮਸਲਸ ਤੋਂ ਅੱਗੇ ਜਿਹੜੀ ਆ ਹੋਰ ਬੋਡੀ ਦੇ ਸਿਸਟਮ ਬਣਦੇ ਆ। ਇੱਕ ਐਨੀਮਲ ਔਰ ਕੋਈ ਵੀ ਚਾਹੇ ਆਪਾਂ ਸੈਲਸ ਲੈ ਲਈਏ ਚਾਹੇ ਆਪਾਂ ਹਿਊਮਨ ਲੈ ਲਈਏ, ਐਨੀਮਲ ਲੈ ਲਈਏ, ਚਾਹੇ ਪਲਾਂਟਸ ਲੈ ਲਈਏ, ਸਾਰੇ ਜਿਹੜੇ ਆ ਇਹ ਵੈਲ ਡਿਜ਼ਾਈਨਡ ਸਟਰਕਚਰ ਹੁੰਦੀ ਆ ਇਹਨਾਂ ਦੀ। ਸੋ ਲਿਵਿੰਗ ਆਰਗੇਨਿਜ਼ਮਸ ਮਸਟ ਕੀਪ ਰਿਪੇਅਰ ਐਂਡ ਮੇਨਟੇਨ ਦੇਅਰ ਸਟਰਕਚਰ। ਠੀਕ ਹੈ, ਜਿਹੜੇ ਵੀ ਲਿਵਿੰਗ ਆਰਗੇਨਿਜ਼ਮ ਆ ਉਹਨਾਂ ਨੂੰ ਜੀਵਿਤ ਰਹਿਣ ਦੇ ਲਈ ਠੀਕ ਹੈ ਰਿਪੇਅਰ ਔਰ ਮੇਨਟੇਨੈਂਸ ਦੀ ਲੋੜ ਹੁੰਦੀ ਆ ਆਪਣੀ ਸਟਰਕਚਰ ਨੂੰ ਸਹੀ ਰੱਖਣ ਦੇ ਲਈ। ਆਲ ਦੀ ਸਟਰਕਚਰਸ ਆਰ ਮੇਡ ਅਪ ਆਫ ਮੋਲੀਕਿਊਲਸ। ਸਾਰੀਆਂ ਜੋ ਵੀ ਲਿਵਿੰਗ ਆਰਗੇਨਿਜ਼ਮ ਦੀਆਂ ਸਟਰਕਚਰਸ ਆ ਉਹ ਮੋਲੀਕਿਊਲਸ ਤੋਂ ਬਣੀਆਂ ਆ। ਦੇ ਮਸਟ ਮੂਵ ਮੋਲੀਕਿਊਲਸ ਅਰਾਊਂਡ ਆਲ ਦਾ ਟਾਈਮ। ਜਿਹੜੇ ਇਹ ਮੋਲੀਕੂਲਰ ਐਕਟੀਵਿਟੀ ਆ ਇਹ ਹੋਲ ਟਾਈਮ ਬੋਡੀ ਦੇ ਵਿੱਚ ਹੁੰਦੀ ਰਹਿੰਦੀ ਆ। ਠੀਕ ਹੈ, ਨੈਕਸਟ ਹੈ ਵਟ ਆਰ ਲਾਈਫ ਪ੍ਰੋਸੈਸਿਸ। ਹੁਣ ਆਪਾਂ ਪੜ੍ਹਦੇ ਹਾਂ ਕਿ ਲਾਈਫ ਪ੍ਰੋਸੈਸਿਸ ਐਕਚੁਅਲੀ ਹੁੰਦੀਆਂ ਕੀ ਆ। So maintenance function of the living organism must go on even they are not doing anything particular, for example sitting or sleeping। ठीक है, maintenance function ਕਿਸੇ ਵੀ living organism ਦਾ maintenance function means ਜਿਹੜੀ ਵੀ ਸਟਰਕਚਰ ਜਿੱਦਾਂ ਦੀ ਆ ਉਹਨੂੰ ਉਵੇਂ ਦੀ ਰੱਖਣ ਦੇ ਲਈ ਠੀਕ ਹੈ ਜਿਹੜਾ ਲਾਈਫ ਦੇ ਵਿੱਚ ਜਿਹੜਾ ਪ੍ਰੋਸੈਸ ਆ ਮੋਲੀਕੂਲਰ ਐਕਟੀਵਿਟੀ ਜਿਹੜੀ ਉਹ ਚੱਲਦੀ ਰਹਿੰਦੀ ਆ। ਠੀਕ ਹੈ, ਚਾਹੇ ਬੰਦਾ ਸੁੱਤਾ ਆ ਚਾਹੇ ਬੈਠਾ ਆ, ਦਾ ਮੇਨਟੇਨੈਂਸ ਜੋਬ ਹੈਜ਼ ਟੂ ਗੋ ਔਨ। ਉਹ ਹਮੇਸ਼ਾ ਜਿਹੜੀ ਆ ਚੱਲਦੀ ਰਹਿੰਦੀ ਆ। ਦੀਜ਼ ਮੇਨਟੇਨੈਂਸ processes are need to prevent damage and breakdown for activities energy is needed। ਠੀਕ ਹੈ, ਇਹ ਸਾਰੀਆਂ ਮੇਨਟੇਨੈਂਸ ਐਕਟੀਵਿਟੀਜ਼ ਨੂੰ ਠੀਕ ਹੈ ਰੱਖਣ ਦੇ ਲਈ ਬੋਡੀ ਦੇ ਵਿੱਚ ਜੋ ਡੈਮੇਜ ਔਰ ਬ੍ਰੇਕਡਾਊਨ ਕਰਨੀ ਪੈਂਦੀ ਆ ਠੀਕ ਹੈ ਰਿਪੇਅਰ ਕਰਨੀ ਪੈਂਦੀ ਆ ਉਹਦੇ ਲਈ ਸਾਨੂੰ ਐਨਰਜੀ ਦੀ ਲੋੜ ਆ। ਸੋ ਐਨਰਜੀ ਜਿਹੜੀ ਆ ਉਹ ਕਿੱਥੋਂ ਆਉਂਦੀ ਆ? ਆਊਟਸਾਈਡ ਦਾ ਬੋਡੀ ਇਨ ਦਾ ਫਾਰਮ ਆਫ ਫੂਡ। ਜਿਹੜਾ ਆਪਾਂ ਫੂਡ ਖਾਂਦੇ ਆ ਸਾਨੂੰ ਉਹ ਤੋਂ ਐਨਰਜੀ ਮਿਲਦੀ ਆ। ਠੀਕ ਆ, ਵੀ ਕਾਮਨਲੀ ਕਾਰਡ ਹੁਣ ਜਿਹਨੂੰ ਆਪਾਂ ਨਿਊਟ੍ਰੀਸ਼ਨ ਕਹਿੰਦੇ ਆ। ਫਸਟ ਲਾਈਫ ਪ੍ਰੋਸੈਸ ਕੀ ਆ? ਨਿਊਟ੍ਰੀਸ਼ਨ, ਜਿਹੜਾ ਆਪਾਂ ਖਾਣਾ ਖਾਂਦੇ ਆ। ਸੋ
ਲਾਈਫ ਔਨ ਦਾ ਅਰਥ ਡਿਪੈਂਡ ਔਨ ਕਾਰਬਨ ਬੇਸਡ ਮੋਲੀਕਿਊਲਸ, ਮੋਸਟ ਆਫ ਫੂਡ ਸੋਰਸਿਸ ਆਰ ਆਲਸੋ ਕਾਰਬਨ ਬੇਸਡ। ਠੀਕ ਹੈ, ਜਿੰਨੇ ਵੀ ਲਾਈਫ ਦੇ ਉੱਤੇ, ਠੀਕ ਹੈ, ਧਰਤੀ ਦੇ ਉੱਤੇ ਜਿਹੜੀ ਵੀ ਚੀਜ਼ ਆ, ਛੋਟੇ ਤੋਂ ਲੈ ਕੇ ਵੱਡਾ ਜੀਵ ਆ, ਉਹ ਸਾਰਾ ਜਿਹੜਾ ਆ ਕਾਰਬਨ ਬੇਸਡ ਆ, ਔਰ ਜਿਹੜਾ ਫੂਡ ਆਪਾਂ ਖਾਂਦੇ ਉਹ ਵੀ ਕਾਰਬਨ ਬੇਸਡ ਆ। ਡਿਫਰੈਂਟ ਆਰਗੈਨਿਜ਼ਮਸ ਕੈਨ ਯੂਜ਼ ਡਿਫਰੈਂਟ ਕਾइंड ऑफ ਨਿਊਟ੍ਰੀਸ਼ਨਲ ਪ੍ਰੋਸੈਸਿਸ। ਹਰ ਇੱਕ ਆਰਗੈਨਿਜ਼ਮ ਦਾ ਜਿਹੜਾ ਆ ਡਿਫਰੈਂਟ ਕਾइंड ऑफ ਨਿਊਟ੍ਰੀਸ਼ਨ ਆ। ਦ ਐਨਰਜੀ ਸੋਰਸਿਸ ਆਰ ਨੀਡਡ ਫॉर ਬ੍ਰੇਕ ਡਾਊਨ ਔਰ ਬਿਲਡਅਪ ਇਨ ਦਾ ਬੋਡੀ। ਠੀਕ ਹੈ, ਜਿਹੜੇ ਐਨਰਜੀ ਸੋਰਸਿਸ ਆ ਇਹ ਜ਼ਰੂਰੀ ਹੁੰਦੇ ਆ ਤਾਂ ਕਿ ਬੋਡੀ ਦੇ ਵਿੱਚ ਜਿਹੜਾ ਵੀ ਚੀਜ਼ ਸੈਲਸ ਦੀ ਬ੍ਰੇਕਡਾਊਨ ਹੋਣੇ ਆ ਜਾਂ ਨਵੇਂ ਸੈੱਲ ਬਣਨੇ ਆ ਉਹਨਾਂ ਦੇ ਲਈ ਜ਼ਰੂਰੀ ਹੁੰਦੇ ਆ। ਇਹ ਜਿਹੜੀ ਐਨਰਜੀ ਆ ਨੈਕਸਟ ਫਿਰ finally converted to a uniform source of energy which is used for various molecular activity needed for the maintaining ਲਿਵਿੰਗ ਸਟਰਕਚਰ। ਠੀਕ ਹੈ, ਇਹ ਜਿਹੜੀ એનર્ਜੀ ਆ ਫਿਰ ਬ੍ਰੇਕਡਾਊਨ ਹੋ ਕੇ ਮੋਲੀਕੂਲਰ ਐਕਟੀਵਿਟੀ ਦੇ ਲਈ ਵਰਤੀ ਜਾਂਦੀ ਤਾਂ ਕਿ ਲਿਵਿੰਗ ਸਟਰਕਚਰ ਨੂੰ ਮੇਨਟੇਨ ਰੱਖਿਆ ਜਾ ਸਕੇ। ਫॉर ਦਿਸ ਅ ਸੀਰੀਜ਼ ਆਫ ਕੈਮੀਕਲ ਰਿਐਕਸ਼ਨ ਇਜ਼ ਇਨ ਦਾ ਬੋਡੀ ਆਰ ਨੈਸੈਸਰੀ। ਠੀਕ ਹੈ, ਮੋਲੀਕੂਲਰ ਐਕਟੀਵਿਟੀ ਕਿੱਦਾਂ ਹੁੰਦੀ ਆ? ਥਰੂ ਕੈਮੀਕਲ ਰਿਐਕਸ਼ਨ। ਬੋਡੀ ਦੇ ਵਿੱਚ ਕੈਮੀਕਲ ਰਿਐਕਸ਼ਨ ਹੁੰਦੇ ਆ ਜਿਹੜੇ ਕਿ ਮੋਲੀਕੂਲਰ ਐਕਟੀਵਿਟੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਮੈਨੀ ਆਰਗੈਨਿਜ਼ਮਸ ਯੂਜ਼ ਆਕਸੀਜਨ ਸੋਰਸਿਸ ਫਰੋਮ ਆਊਟਸਾਈਡ ਆਫ ਦਾ ਬੋਡੀ। ਠੀਕ ਹੈ, ਸਮ ਆਰਗੈਨਿਜ਼ਮਸ ਜਿਹੜੇ ਆ ਬੋਡੀ ਤੋਂ ਆਊਟਸਾਈਡ ਤੋਂ ਆਕਸੀਜਨ ਲੈਂਦੇ ਆ। ਠੀਕ ਹੈ, ਇਹ ਪ੍ਰੋਸੈਸ ਨੂੰ ਕੰਟੀਨਿਊ ਰੱਖਣ ਦੇ ਲਈ। ਦਾ ਪ੍ਰੋਸੈਸ ਆਫ ਐਕਵਾਇਰਿੰਗ ਆਕਸੀਜਨ, ਜਿਹੜਾ ਜਿਸ ਪ੍ਰੋਸੈਸ ਦੇ ਥਰੂ ਆਪਾਂ ਆਕਸੀਜਨ ਅੰਦਰ ਲੈਂਦੇ ਆ, ਠੀਕ ਹੈ, ਫਰੋਮ ਦਾ ਆਊਟਸਾਈਡ ਆਫ ਦਾ ਬੋਡੀ ਟੂ ਯੂਜ਼ ਇਟ ਇਨ ਦਾ ਬ੍ਰੇਕਡਾਊਨ ਆਫ ਦਾ ਫੂਡ ਸੋਰਸਿਸ ਫॉर ਦਾ ਸੈਲੂਲਰ ਨੀਡ ਕਾਲਡ ਐਜ਼ ਰੈਸਪੀਰੇਸ਼ਨ। ਠੀਕ ਹੈ, ਜਿਹੜੀ ਆਕਸੀਜਨ ਆਪਾਂ ਇਨਹੇਲ ਕਰਦੇ ਆ ਫॉर ਦੀ ਫੂਡ, ਜਿਹੜਾ ਆਪਾਂ ਹੁਣ ਨਿਊਟ੍ਰੀਸ਼ਨ ਲਿਆ ਉਹਨੂੰ ਬ੍ਰੇਕਡਾਊਨ ਕਰਨ ਲਈ ਤਾਂ ਕਿ ਸੈਲੂਲਰ ਨੀਡ ਮੀਨਸ ਸੈਲਸ ਦੇ ਵਿੱਚ ਜਿਹੜਾ ਜੋ ਵੀ ਨਿਊਟ੍ਰੀਸ਼ਨ ਜੋ ਵੀ ਕੁਛ ਚਾਹੀਦਾ ਆ, ਠੀਕ ਹੈ, ਸੈੱਲ ਨੂੰ ਮੇਨਟੇਨ ਰੱਖਣ ਦੇ ਲਈ, ਸੈੱਲ ਦੇ ਵਿੱਚ ਕੈਮੀਕਲ ਰਿਐਕਸ਼ਨ ਹੋਣ ਦੇ ਲਈ, ਉਸ ਪ੍ਰੋਸੈਸ ਨੂੰ ਆਪਾਂ ਰੈਸਪੀਰੇਸ਼ਨ ਕਹਿੰਦੇ ਆ। in the case of single celled organism, ਠੀਕ ਹੈ, ਜਿਹੜੇ ਤਾਂ ਸਿੰਗਲ ਸੈਲ ਆਰਗੈਨਿਜ਼ਮ ਜਿੱਦਾਂ ਅਮੀਬਾ ਹੋ ਗਿਆ, ਠੀਕ ਹੈ, ਫॉर एग्जांपल ਅਮੀਬਾ, no specific organ for taking in the food, exchange of gases or removal of waste may be needed because entire surface of the organism is contact with the environment। ਠੀਕ ਹੈ, ਜਿਹੜੇ ਸਿੰਗਲ ਸੈਲ ਆਰਗੈਨਿਜ਼ਮ ਹੁੰਦੇ ਆ ਉਹਨਾਂ ਦੇ ਵਿੱਚ ਕੋਈ ਵੀ ਸਪੈਸੀਫਿਕ ਆਰਗਨ ਨਹੀਂ ਹੁੰਦਾ ਜਿਹਦੇ ਥਰੂ ਉਹ ਫੂਡ ਲੈਂਦੇ ਆ ਔਰ ਆਕਸੀਜਨਸ ਜਿਹੜੀਆਂ ਇਨਹੇਲ ਔਰ ਰਿਮੂਵਲ ਆਫ ਦਾ ਵੇਸਟ ਹੁੰਦਾ ਆ। ਠੀਕ ਹੈ, ਇਹ ਜਿਹੜੇ ਆ ਡਾਇਰੈਕਟ ਕੰਟੈਕਟ ਵਿਦ ਇਨਵਾਇਰਮੈਂਟ ਹੁੰਦੇ ਆ, ਉੱਥੋਂ ਹੀ ਸਿੱਧਾ ਫੂਡ ਲੈਂਦੇ ਆ, ਉੱਥੋਂ ਹੀ ਜਿਹੜਾ ਆ ਬਾਹਰ ਵੇਸਟ ਪ੍ਰੋਡਕਟ ਜਿਹੜਾ ਆ ਉਹ ਰਿਮੂਵ ਕਰਦੇ ਆ। ਬਟ ਮਲਟੀ ਸੈਲੂਲਰ ਆਰਗੈਨਿਜ਼ਮ ਦੇ ਵਿੱਚ ਇਹ ਉਲਟ ਆ, ਇਹਦੇ ਵਿੱਚ ਜਿਹੜੇ ਆ ਫੰਕਸ਼ਨਸ ਸਪੈਸ਼ਲਾਈਜ਼ਡ ਟਿਸ਼ੂ ਹੁੰਦੇ ਆ ਜਿਹੜੇ ਉਹ ਆਪਣਾ ਫੰਕਸ਼ਨ ਪਰਫਾਰਮ ਕਰਦੇ ਆ ਵਿਦ ਦਾ ਹੈਲਪ ਆਫ ਅਨਦਰ ਆਰਗਨਸ ਔਰ ਅਨਦਰ ਟਿਸ਼ੂਜ਼। In the multicellular organisms, various body parts have specialized in the function they perform। ਪਹਿਲਾਂ ਹੀ ਆਪਾਂ ਗੱਲ ਕਰ ਲਈ ਕਿ ਸਪੈਸ਼ਲਾਈਜ਼ਡ ਆਰਗਨਸ ਹੁੰਦੇ ਆ ਜਿਹੜੇ ਸਪੈਸ਼ਲ ਫੰਕਸ਼ਨ ਪਰਫਾਰਮ ਕਰਦੇ ਆ। ਦਾ ਅਪਟੇਕ ਆਫ ਫੂਡ ਐਂਡ ਆਕਸੀਜਨ, ਠੀਕ ਹੈ, ਜਿਹੜਾ ਵੀ ਫੂਡ ਆਪਾਂ ਲੈਂਦੇ ਆ ਜਾਂ ਆਕਸੀਜਨ ਲੈਂਦੇ ਆ, ਠੀਕ ਹੈ, ਉਹ ਸਪੈਸ਼ਲਾਈਜ਼ਡ ਟਿਸ਼ੂ ਦੇ ਥਰੂ ਲੈਂਦੇ ਆ। ਤੇ ਇਹਦੇ ਲਈ ਕੀ ਜ਼ਰੂਰੀ ਹੁੰਦਾ ਆ? ਸਾਨੂੰ ਆਕਸੀਜਨ ਜ਼ਰੂਰੀ ਹੁੰਦੀ ਆ। ਦਿਸ ਸਿਚੁਏਸ਼ਨ ਕ੍ਰੀਏਟਸ ਅ ਨੀਡ ਫॉर ਅ ਟਰਾਂਸਪੋਰਟੇਸ਼ਨ ਸਿਸਟਮ ਫॉर ਦਾ ਕੈਰਿੰਗ ਫੂਡ ਐਂਡ ਆਕਸੀਜਨ ਫਰੋਮ ਦਾ ਵਨ ਪਲੇਸ ਟੂ ਦਾ ਅਨਦਰ। ਠੀਕ ਹੈ, ਹੁਣ ਆਪਾਂ ਖਾਣਾ ਲੈ ਲਿਆ, ਸਾਡੀ ਬੋਡੀ ਨੇ ਆਕਸੀਜਨ ਇਨਹੇਲ ਕੀਤੀ ਤਾਂ ਕਿ ਬੋਡੀ ਦੇ ਵਿੱਚ ਬ੍ਰੇਕਡਾਊਨ ਹੋ ਸਕੇ ਔਰ ਸਾਰੇ ਜੋ ਵੀ ਨਿਊਟ੍ਰੀਐਂਟਸ ਜਿਹੜੇ ਆ ਉਹ ਇੱਕ ਪਾਰਟ ਤੋਂ ਲੈ ਕੇ ਹੋਲ ਬੋਡੀ ਤੱਕ ਜਾ ਸਕਣ। ਉਹ ਟਰਾਂਸਪੋਰਟੇਸ਼ਨ ਸਿਸਟਮ ਦੇ ਥਰੂ ਹੁੰਦਾ ਆ ਅੱਗੇ। ਠੀਕ ਹੈ, ਸੋ ਵੈਨ ਕੈਮੀਕਲ ਰਿਐਕਸ਼ਨ ਯੂਜ਼ ਦਾ ਕਾਰਬਨ ਸੋਰਸਿਸ, ਜਦੋਂ ਵੀ ਕੈਮੀਕਲ ਰਿਐਕਸ਼ਨ ਜਿਹੜਾ ਆ ਕਾਰਬਨ ਸੋਰਸਿਸ ਨੂੰ ਯੂਜ਼ ਕਰਦਾ ਆ ਔਰ ਆਕਸੀਜਨ ਨੂੰ ਯੂਜ਼ ਕਰਦਾ ਆ ਐਨਰਜੀ ਜਨਰੇਟ ਕਰਨ ਦੇ ਲਈ, ਦੇ ਕ੍ਰੀਏਟ ਬਾਈ ਪ੍ਰੋਡਕਟਸ ਦੈਟ ਆਰ ਨਾਟ ਓਨਲੀ ਯੂਜ਼ਲੈਸ ਫॉर ਦਾ ਸੈੱਲ ਬਟ ਕੁਡ ਈਵਨ ਬੀ ਹਾਰਮਫੁਲ। ਠੀਕ ਹੈ, ਜਿਹੜਾ ਵੀ ਜਦੋਂ ਕੈਮੀਕਲ ਰਿਐਕਸ਼ਨ ਹੁੰਦਾ ਆ ਕਾਰਬਨ ਸੋਰਸਿਸ ਯੂਜ਼ ਹੁੰਦਾ ਆ, ਠੀਕ ਹੈ, ਸੈਲਸ ਦੇ ਵਿੱਚ ਔਰ ਆਕਸੀਜਨ ਯੂਜ਼ ਹੁੰਦਾ ਤਾਂ ਕਿ ਬੋਡੀ ਦੇ ਵਿੱਚ ਐਨਰਜੀ ਜਨਰੇਟ ਹੋ ਸਕੇ। ਸੋ ਇਹ ਕਿੱਦਾਂ ਹੁੰਦਾ ਆ? ਜੋ ਵੀ ਵੇਸਟ ਪ੍ਰੋਡਕਟ ਹੁੰਦੇ ਆ ਬੋਡੀ ਦੇ ਵਿੱਚ, ਠੀਕ ਆ, ਉਹਨਾਂ ਦੇ ਜੋ ਵੀ ਬੋਡੀ ਦੇ ਵਿੱਚ ਵੇਸਟ ਪ੍ਰੋਡਕਟ ਹੁੰਦੇ ਆ, ਠੀਕ ਹੈ, ਉਹ ਜਿਹੜੇ ਆ ਯੂਜ਼ਲੈਸ ਹੀ ਨਹੀਂ ਹੁੰਦੇ, ਉਹ ਬੋਡੀ ਦੇ ਵਿੱਚ ਹਾਰਮਫੁਲ ਵੀ ਹੁੰਦੇ ਆ। ਥੀਸ ਵੇਸਟ ਪ੍ਰੋਡਕਟਸ ਆਰ ਨੀਡਡ ਟੂ ਬੀ ਰਿਮੂਵਲ ਫਰੋਮ ਦਾ ਬੋਡੀ। ਠੀਕ ਹੈ, ਇਹ ਵੇਸਟ ਪ੍ਰੋਡਕਟਸ ਨੂੰ ਹੁਣ ਇਹ ਵੀ ਲੋੜ ਹੁੰਦੀ ਆ ਕਿ ਉਹ ਬੋਡੀ ਤੋਂ ਬਾਹਰ ਕੱਢਿਆ ਜਾ ਸਕੇ। ਉਸ ਪ੍ਰੋਸੈਸ ਨੂੰ ਆਪਾਂ ਕੀ ਕਹਿੰਦੇ ਆ? ਐਕਸਕ੍ਰੀਸ਼ਨ। ਠੀਕ ਹੈ, ਬਾਈ ਸਪੈਸ਼ਲਾਈਜ਼ਡ ਟਿਸ਼ੂਜ਼ ਦੀ ਬੋਡੀ ਦੇ ਵਿੱਚ ਸਪੈਸ਼ਲਾਈਜ਼ਡ ਟਿਸ਼ੂ ਹੁੰਦੇ ਆ ਜਿਨ੍ਹਾਂ ਦੇ ਥਰੂ ਇਹ ਜਿਹੜੀ ਸਾਰੀ ਐਕਸਕ੍ਰੀਸ਼ਨ ਬੋਡੀ ਤੋਂ ਬਾਹਰ ਹੁੰਦੀ ਆ। ਦਾ ਟਰਾਂਸਪੋਰਟੇਸ਼ਨ
system will need to transport waste away from the cells to this excretory tissues। ਠੀਕ ਹੈ, ਇਹਨਾਂ excretory tissues ਦੇ ਜੋ ਬੋਡੀ ਦੇ ਵਿੱਚ ਸਪੈਸ਼ਲਾਈਜ਼ਡ ਹੁੰਦੇ ਉਹਨਾਂ ਦੇ ਥਰੂ ਟਰਾਂਸਪੋਰਟੇਸ਼ਨ ਸਿਸਟਮ ਜਿਹੜਾ ਆ ਉਹ ਐਕਸਕ੍ਰੀਸ਼ਨ ਕਰ ਦਿੰਦਾ ਆ ਵੇਸਟ ਪ੍ਰੋਡਕਟਸ ਦੀ। ਸੋ ਇਹ 4 ਸੀਗੇ ਸਾਡੇ, ਠੀਕ ਹੈ, ਲਾਈਫ ਪ੍ਰੋਸੈਸਿਸ। ਠੀਕ ਆ, ਫਸਟ ਸੀਗਾ ਨਿਊਟ੍ਰੀਸ਼ਨ, ਠੀਕ ਆ, ਸੈਕਿੰਡ ਸੀਗਾ ਨਿਊਟ੍ਰੀਸ਼ਨ ਤੋਂ ਬਾਅਦ ਚ ਸੀਗਾ ਸਾਡਾ ਰੈਸਪੀਰੇਸ਼ਨ ਤੋਂ ਬਾਅਦ ਟਰਾਂਸਪੋਰਟੇਸ਼ਨ ਸਿਸਟਮ ਆ ਗਿਆ। ਫੋਰਥ ਇਜ਼ ਐਕਸਕ੍ਰੀਸ਼ਨ। ਸੋ ਠੀਕ ਹੈ, ਇਹਨਾਂ ਲਾਈਫ ਪ੍ਰੋਸੈਸਿਸ ਬਾਰੇ ਆਪਾਂ ਅੱਗੇ ਡਿਟੇਲ 'ਚ ਪੜਾਂਗੇ। ਸੋ ਅੱਗੇ ਫਰਦਰ ਵੀਡੀਓਜ਼ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਔਰ ਨੈਕਸਟ ਵੀਡੀਓਜ਼ ਲਈ ਸਾਨੂੰ ਫੋਲੋ ਕਰੋ। ਥੈਂਕ ਯੂ।